ਆਮ ਆਦਮੀ ਪਾਰਟੀ ਨੂੰ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਸੈਦੋ ਦੇ ਤੋਂ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਅਤੇ ਪਿੰਡ ਵਿੱਚੋਂ ਹੋਰ ਬਹੁਤ ਸਾਰੇ ਕਾਂਗਰਸੀ ਪਰਿਵਾਰ ਸਰਦਾਰ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਨੌਜਵਾਨ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸਵਿੰਦਰ ਸਿੰਘ, ਕੁਲਦੀਪ ਸਿੰਘ, ਡਾਕਟਰ ਬਲਜੀਤ ਸਿੰਘ ਅਤੇ ਮੇਜਰ ਸਿੰਘ ਵਰਗੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਰੈਲੀ ਵਿੱਚ ਹਿੱਸਾ ਲਿਆ ਅਤੇ ਜਿੰਦਾਬਾਦ ਜਿੰਦਾਬਾਦ ਵੈਲਕਮ ਜੀ। ਪਿੰਡ ਸੈਦੋਲੇ ਦੇ ਵਿੱਚ ਆਏ ਹੋ, ਕਿਸ ਤਰ੍ਹਾਂ ਆਪ ਦੀ ਜਿਹੜੀ ਚੋਣ ਮੁਹਿੰਮ ਹੈ ਕਿਸ ਤਰ੍ਹਾਂ ਦਾ ਹਲਾਰਾ ਮਿਲ ਰਿਹਾ? ਦੇਖੋ ਜੀ, ਜਿਹੜੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ, ਉਹਦੇ ਵਾਸਤੇ ਚੋਣ ਪ੍ਰਚਾਰ ਸਿਖਰਾਂ 'ਤੇ ਆ। ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ, ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਔਰ ਮੈਨੂੰ ਯਕੀਨ ਆ ਕਿ ਇਸ ਵਾਰੀ ਪੰਜਾਬ ਦੇ ਵਿੱਚ ਅਸੀਂ ਸਪਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ। ਜੰਡਿਆਲਾ ਗੁਰੂ ਦੀ ਜਿਹੜੀ ਸੀਟ ਆ, ਇਹ ਵੱਡੀ ਲੀਡ ਦੇ ਨਾਲ ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਸਰ, ਏਜੰਡੇ ਵੀ ਤੁਹਾਡੇ ਕਿਸ ਏਜੰਡੇ ਤੇ ਦੇਖੋ ਜੀ, ਏਜੰਡੇ ਪੰਜਾਬ ਦਾ ਇੱਕ ਏਜੰਡਾ ਨਹੀਂ ਹੈ, ਬਹੁਤ ਵੱਡਾ ਮੁਸ਼ਕਿਲ ਦੇ ਵਿੱਚ ਪੰਜਾਬ ਇਸ ਵੇਲੇ ਫਸ ਚੁੱਕਾ ਹੈ। ਅੱਜ ਘਰ ਘਰ ਜਿਹੜਾ ਨਸ਼ਾ ਪਹੁੰਚ ਚੁੱਕਾ ਹੈ। ਸਾਡਾ ਸਾਰਾ ਪੰਜਾਬ ਜਿਹੜਾ ਹੈ ਇਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕਾ ਹੈ। ਸਾਡੀ ਕੌਮ ਦੀ ਹੋਂਦ ਜਿਹੜੀ ਆ, ਪੰਜਾਬ ਦੀ ਹੋਂਦ ਜਿਹੜੀ ਆ, ਉਹ ਖਤਰੇ ਦੇ ਵਿੱਚ ਪਈ ਆ। ਸੋ ਅਸੀਂ ਇਹ ਬੇਰੁਜ਼ਗਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਆ। ਇੱਥੋਂ ਤੱਕ ਅਸੀਂ ਆਪਣੇ ਬੱਚੇ ਬਾਹਰ ਭੇਜਣ 'ਤੇ ਮਜਬੂਰ ਹੋਏ ਬੈਠੇ ਹਾਂ। ਸੋ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੀ। ਪੰਜਾਬ ਦੇ ਵਿੱਚ ਥਾਂ ਭ੍ਰਿਸ਼ਟਾਚਾਰ, ਹਰ ਥਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੇਰੁਜ਼ਗਾਰੀ ਆ, ਨਸ਼ੇ ਨੇ। ਅਸੀਂ ਇਹ ਜਿਹੜੀ ਖੁੰਦਾ ਰਾਜ ਆ ਪੰਜਾਬ ਦੇ ਵਿੱਚੋਂ 10 ਮਾਰਚ ਨੂੰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਖਤਮ ਕਰਾਂਗੇ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਸਰਦਾਰ ਹਰਭਜਨ ਸਿੰਘ ਈਟੀਓ ਜਿੰਦਾਬਾਦ। ਬਿਲਕੁਲ ਨਸ਼ਿਆਂ ਦਾ ਖਾਤਮਾ ਹੋਏਗਾ ਜੀ। ਦੇਖੋ, ਬੜਾ ਨਸ਼ਿਆਂ ਨੇ ਘਰ ਤਬਾਹ ਕਰ ਦਿੱਤੇ ਨੇ। ਸਾਡੀਆਂ ਮਾਵਾਂ ਵਿਲਕ ਰਹੀਆਂ ਨੇ, ਭੈਣਾਂ ਵਿਲਕ ਰਹੀਆਂ ਨੇ। ਸਾਡੇ ਪੰਜਾਬ ਦੇ ਵਿੱਚ ਚਿੱਟੀਆਂ ਚੁੰਨੀਆਂ ਦੀ ਭਰਮਾਰ ਹੋਈ ਜਾ ਰਹੀ ਹੈ। ਇਹਨਾਂ ਸਰਕਾਰਾਂ ਨੇ ਨਸ਼ੇ ਵਿਕਾਸ ਦਾ ਕੇ ਸਾਰਾ ਇਹ ਨਸ਼ਿਆਂ ਦੀ ਧਰਤੀ ਬਣਾ ਦਿੱਤਾ। ਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਬਾਬੇ ਨਾਨਕ ਦੀ ਧਰਤੀ ਆ। ਇਸ ਧਰਤੀ ਨੂੰ ਨਸ਼ਿਆਂ ਦੀ ਧਰਤੀ ਦੇ ਉੱਤੇ ਬਣਾ ਕੇ ਰੱਖ ਦਿੱਤਾ ਇਹ ਰਵਾਇਤੀ ਪਾਰਟੀਆਂ ਨੇ, ਕਾਂਗਰਸ ਵਾਲਿਆਂ ਨੇ ਤੇ ਅਕਾਲੀ ਦਲ ਵਾਲਿਆਂ ਨੇ। ਇਹਦਾ ਸਾਰਾ ਸਫਾਇਆ 10 ਮਾਰਚ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਸਾਰਾ ਸਫਾਇਆ ਕਰ ਦਾਂਗੇ ਜੀ। ਇੱਕ ਸਵਾਲ ਹੋਰ ਜੀ, ਪਿਛਲੀ ਇਲੈਕਸ਼ਨ ਵਾਰ ਸਾਨੂੰ ਖੁਦ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਬਾਹਰ ਕੱਢਣਾ ਪੈਂਦਾ ਸੀ ਜੀ। ਇਹ ਮਹਿਸੂਸ ਕਰ ਰਹੇ ਜੇ ਕਿ ਆਪ ਮੁਹਾਰੇ ਲੋਕਾਂ ਦੇ ਮੂੰਹ ਚੋਂ ਨਿਕਲਦਾ ਕਿ ਆਮ ਆਦਮੀ ਪਾਰਟੀ? ਦੇਖੋ ਜੀ, ਇਹ ਪੰਜਾਬ ਦੀ 2022 ਦੀ ਚੋਣ ਜਿਹੜੀ ਆ, ਇਹ ਕੋਈ ਆਮ ਚੋਣ ਨਹੀਂ ਆ। ਇਹ ਕੱਲਾ ਪੰਜਾਬੀ ਜਿਹੜਾ ਆਪਣੇ ਭਵਿੱਖ ਦੀ ਲੜਾਈ ਲੜ ਰਿਹਾ, ਆਪਣੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਿਹਾ, ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਜਿਹੜੀ ਲੜ ਰਿਹਾ। ਇਸ ਵੇਲੇ ਅਸੀਂ ਇਕੱਲੇ ਨਹੀਂ ਆ। ਮੈਂ ਕੈਂਡੀਡੇਟ ਹੋਣ ਦੇ ਨਾਤੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਇਸ ਵੇਲੇ ਆਪ ਮੁਹਾਰੇ ਜੰਡਿਆਲੇ ਹਲਕੇ ਦਾ ਹਰ ਬਸ਼ਿੰਦਾ ਜਿਹੜਾ ਆ ਉਹ ਹਰਭਜਨ ਈਟੀਓ ਬਣ ਕੇ ਚੋਣ ਲੜ ਰਿਹਾ। ਆਮ ਆਦਮੀ ਪਾਰਟੀ ਜਿੰਦਾਬਾਦ, ਹਰਭਜਨ ਸਿੰਘ ਈਟੀਓ ਜਿੰਦਾਬਾਦ। ਨਸ਼ਿਆਂ ਨਾਲ, ਗੁੰਡਾਗਰਦੀ ਨਾਲ, ਭ੍ਰਿਸ਼ਟਾਚਾਰ ਨਾਲ, ਮਾਫੀਆ ਰਾਜ ਨਾਲ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਸਥਾਪਿਤ ਕਰਕੇ ਰੱਖਿਆ। ਨਹੀਂ, ਇਸ ਵੇਲੇ ਆਪਾਂ ਜਿਹੜੇ ਦੂਜੇ 2-3 ਮੈਂਬਰ ਆ ਉਹਨਾਂ ਦੇ ਵਿੱਚੋਂ ਕਿਹਦੇ ਨਾਲ? ਨਹੀਂ ਜੀ, ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ। ਅਸੀਂ ਸਾਰੀ ਦੀ ਸਾਰੀ ਵੋਟ ਜੰਡਿਆਲੇ ਹਲਕੇ ਦੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਸਰਦਾਰ ਹਰਭਜਨ ਸਿੰਘ ਈਟੀਓ, ਸਰਦਾਰ ਹਰਭਜਨ ਸਿੰਘ ਈਟੀਓ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਪਬਲਿਕ ਪ੍ਰਾਈਮ ਟੀਵੀ ਵੱਲੋਂ ਮੈਂ ਗੁਰਮੇਜ ਸਿੰਘ ਸਾਹਿਬ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆ ਕੱਢ ਦਿਓ। ਸਰਦਾਰ ਹਰਭਜਨ ਸਿੰਘ ਈਟੀਓ ਜਿੰਦਾਬਾਦ, ਸਰਦਾਰ ਹਰਭਜਨ ਸਿੰਘ ਈਟੀਓ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਸਰਦਾਰ ਹਰਭਜਨ ਸਿੰਘ ਈਟੀਓ 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 ਜਿੰਦਾਬਾਦ। ਸਰਪੰਚ ਸਾਹਿਬ ਦਾ ਹੀ ਹੋਵੇ। ਰਾਜ ਥੱਲੇ ਕਸ਼ਟ ਸਹਿ ਰਹੇ ਆ ਕਿਉਂਕਿ ਸਾਡੇ ਕੋਲ ਤੀਸਰਾ ਕੋਈ ਚਾਰਾ ਨਹੀਂ ਸੀ।
ਹੁਣ ਸਾਡੇ ਕੋਲ ਅਨੂਪ ਸਿੰਘ ਜੀ ਹੁਣ ਸਾਡੇ ਕੋਲ ਆਮ ਆਦਮੀ ਪਾਰਟੀ ਆਈ ਆ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਪਿੰਡ ਸੈਦੋ ਨਾਲ ਲੈਣ ਤੋਂ ਸਰਦਾਰ ਹਰਭਜਨ ਸਿੰਘ ਜੀਟੀਏ ਨੂੰ ਲੰਮੀ ਲੀਡ ਨਾਲ ਜ਼ਿਆਦਾ ਨੂੰ ਜ਼ਿਆਦਾ ਵੋਟਾਂ ਪਵਾ ਕੇ ਜਿਤਾਇਆ ਜਾਵੇ। ਬਾਕੀ ਕੱਟ ਦੇਖ ਕੇ ਮਹਿਸੂਸ ਹੋ ਰਿਹਾ ਕਿ ਸੈਦੋ ਨਾਲ ਤੋਂ ਆਮ ਆਦਮੀ ਪਾਰਟੀ ਦੀ ਹਰਭਜਨ ਸਿੰਘ ਜੀਟੀਏ ਦੀ ਜਿੱਤ ਯਕੀਨੀ ਹੋ ਚੁੱਕੀ ਆ। ਹੁਣ ਮੈਂ ਦੁਬਾਰਾ ਲਾਵਾਂਗਾ ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਹਰਭਜਨ ਸਿੰਘ ਜੀਟੀਓ ਜਿੰਦਾਬਾਦ, ਹਰਭਜਨ ਸਿੰਘ ਜੀਟੀਓ ਜਿੰਦਾਬਾਦ। ਹੁਣ ਮੈਂ ਬੇਨਤੀ ਕਰਦਾ ਕਿਉਂਕਿ ਸਾਨੂੰ ਇੱਕ ਮੌਕਾ ਦਿੱਲੀ ਦੇ ਵਿੱਚ ਮਿਲਿਆ ਸੀਗਾ। ਅੱਜ ਤੱਕ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਅਤੇ ਬੀਜੇਪੀ ਦਾ ਸਫਾਇਆ ਹੀ ਹੁੰਦਾ ਜਾ ਰਿਹਾ, ਸਫਾਇਆ। ਸੋ ਜਿੱਥੇ ਜਿੱਥੇ ਵੀ ਆਪਾਂ ਬੈਠੇ ਆ, ਜਿੱਥੇ ਜਿੱਥੇ ਵੀ ਭੈਣ ਭਰਾ ਆ, ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੈਕਟਰ ਦੇ ਵਿੱਚ ਇਕੱਤਰ ਹੋਏ ਹੋ। ਮੈਂ ਇਕੱਲਾ ਚੋਣ ਨਹੀਂ ਲੜ ਸਕਦਾ, ਮੇਰੇ ਚੋਂ ਇੰਨੀ ਔਕਾਤ ਨਹੀਂ ਆ ਕਿ ਮੈਂ ਇਕੱਲਾ ਜਾ ਕੇ ਚੋਣ ਲੜਾਂ। ਮੈਂ ਤੇ ਬੋਰਡ ਵੇਖ ਕੇ ਹੈਰਾਨ ਆ ਕਿ ਸਾਡੇ ਕੁਝ ਸੱਜਣ ਇਸ ਪਿੰਡ ਦੇ ਵਿੱਚੋਂ ਵੀ ਅਸੀਂ 10 ਦੀ ਕਮਾਈ ਚੋਂ ਜਿਹੜੇ ਛੋਟੇ ਛੋਟੇ ਲਵਾਏ ਸੀ ਵੀ ਉਹ ਸਾਡੇ ਪਾੜਦੇ ਫਿਰਦੇ, ਉਹ ਵੀ ਕਰੀ ਜਾਂਦਾ, ਕੋਈ ਉੱਧਰ ਜਾ ਕੇ ਪਾੜ ਦਿੰਦਾ। ਮੈਂ ਕਿਹਾ ਮੈਨੂੰ ਪਿੰਡੋਂ ਫੋਨ ਆਇਆ ਸਾਡੇ ਬੋਰਡ ਪਾੜੀ ਜਾਂਦੇ ਨੇ। ਮੈਂ ਕਿਹਾ ਯਾਰ ਮੈਂ ਕੀ ਕਰਾਂ ਹੁਣ, ਮੈਂ ਕੀ ਕਰ ਸਕਦਾ, ਮੇਰੇ ਕੋਲ ਹੈਗੇ ਵੀ ਉਹਨੇ ਕੀ ਤੇ ਉਹਨੇ ਹੀ ਲਵਾਏ ਆ। ਮੈਂ ਕਿਹਾ ਚਲੋ ਇਹਨਾਂ ਨੂੰ ਇੰਨਾ ਦੱਸ ਦਿੰਦੇ ਆ ਕਿ ਤੁਸੀਂ ਬੋਰਡ ਪਾੜ ਸਕਦੇ ਹੋ ਸਾਡੇ, ਪਰ ਸਾਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਕੱਢ ਸਕਦੇ, ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਕੱਢ ਸਕਦੇ। ਲੋਕ ਨੇ ਇੰਨਾ ਫੈਸਲਾ ਕਰਨਾ ਕਿ ਵੱਡੇ ਵੱਡੀਆਂ ਝੰਡੀਆਂ ਨੂੰ, ਕਿ ਵੱਡੇ ਵੱਡੇ ਬੋਰਡਾਂ ਨੂੰ ਵੋਟ ਪਾਉਣੀ ਆ ਕਿ ਕੰਮ ਨੂੰ ਵੋਟ ਪਾਉਣੀ ਆ, ਇਹਨਾਂ ਨੇ ਫੈਸਲਾ ਕਰਨਾ ਹੈ। ਪੰਜਾਬੀ ਬੜੀ ਸਮਝਦਾਰ ਕੌਮ ਆ। ਸੋ ਇਸ ਤਰ੍ਹਾਂ ਤੁਸੀਂ 16 ਫਰਵਰੀ 20 ਫਰਵਰੀ ਨੂੰ ਆਮ ਆਦਮੀ ਪਾਰਟੀ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਤੇ 10 ਮਾਰਚ ਨੂੰ ਪੰਜਾਬ ਦੇ ਵਿੱਚ ਇੱਕ ਨਵਾਂ ਸੂਰਜ ਚੜਾਉਣਾ ਹੈ, ਨਵਾਂ ਸੂਰਜ, ਇੱਕ ਇਮਾਨਦਾਰ ਸਰਕਾਰ ਰੱਖਣੀ ਆ, ਨਸ਼ਾ ਰਹਿਤ ਪੰਜਾਬ ਬਣਾਉਣਾ ਆ, ਭ੍ਰਿਸ਼ਟਾਚਾਰ ਰਹਿਤ ਪੰਜਾਬ ਬਣਾਉਣਾ ਆ, ਇਹ ਗੁੰਡਾਗਰਦੀ ਦਾ ਖਾਤਮਾ ਕਰਨਾ ਆ। ਇਹ ਤਾਂ ਹੀ ਸੰਭਵ ਆ ਜੇ ਤੁਸੀਂ ਸਾਰੇ ਅੱਜ ਤੋਂ ਬਾਅਦ ਹਰਭਜਨ ਸਿੰਘ ਜੀਟੀਓ ਬਣ ਕੇ ਪ੍ਰਚਾਰ 'ਚ ਜੁਟ ਜਾਓ। ਹੈਗੇ ਜੇ 10-12 ਦਿਨ, ਕਰ ਦੋ ਪ੍ਰਚਾਰ, ਹਰ ਥਾਂ ਤੇ ਜਾ ਕੇ, ਹਰ ਘਰ ਦੇ ਵਿੱਚ ਜਾ ਕੇ, ਫੋਨ ਤੇ, ਜਿਸ ਤਰ੍ਹਾਂ ਵੀ ਹੁੰਦਾ ਆ ਕਰੋ ਪ੍ਰਚਾਰ। 14-15 ਦਿਨ ਲੋਕਾਂ ਨੂੰ ਬੇਨਤੀਆਂ ਕਰ ਲਓ ਕਿ ਪੰਜਾਬ ਦੇ ਵਿੱਚ ਇੱਕ ਵਾਰੀ ਤੀਜੀ ਧਿਰ ਦੀ ਸਰਕਾਰ ਲਿਆਈਏ, ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਈਏ। ਇੱਕ ਮੌਕਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੇ ਕੱਲੇ ਮੁੱਦੇ ਨੂੰ ਲੋਕ ਸਭਾ ਦੇ ਵਿੱਚ ਉਠਾਉਣ ਵਾਲਾ ਉਹ ਬੰਦਾ ਹੈ। ਜੇ ਅੱਜ ਅਸੀਂ ਪੰਜਾਬ ਦੇ ਵਿੱਚ ਬੋਲ ਰਹੇ ਆ ਜਾਂ ਜਨਤਾ ਬੋਲਣ ਲਾਈ ਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਲਾਈ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਦੱਸ ਦਿੱਤਾ ਕਿ ਐਮਪੀ ਹੁੰਦਾ ਕੀ ਆ, ਐਮਪੀ ਦੇ ਕੰਮ ਕੀ ਹੁੰਦੇ ਨੇ, ਐਮਪੀ ਲੋਕਾਂ ਵਾਸਤੇ ਕੀ ਕਰ ਸਕਦਾ ਆ। 5 ਕਰੋੜ ਇੱਕ ਸਾਲ ਦੇ ਵਿੱਚ ਐਮਪੀ ਲੈਟ 'ਚ ਮਿਲਦਾ ਸੀਗਾ, 50 ਸਾਲਾਂ 'ਚ 25 ਕਰੋੜ ਮਿਲਿਆ। ਬੰਦਾ 26 ਕਰੋੜ ਦਾ ਹਿਸਾਬ ਲੈ ਕੇ ਜੇਬ ਦੇ ਵਿੱਚ ਲੋਕਾਂ ਦੇ ਵਿੱਚ ਤੁਰਿਆ ਫਿਰਦਾ। ਲੋਕ ਪੁੱਛਦੇ ਤੈਨੂੰ ਮਿਲਿਆ ਤੇ 25 ਕਰੋੜ ਸੀਗਾ, ਇਹ 1 ਕਰੋੜ ਕਾਹਦਾ? ਕਹਿੰਦਾ ਬੈਂਕ 'ਚ ਪਿਆ ਸੀਗਾ, ਉਹਦਾ ਵਿਆਜ ਮਿਲਿਆ ਜੇ, ਇਹ ਵੀ ਲੋਕਾਂ ਦਾ ਜਾਂ ਮੈਂ ਲੋਕਾਂ ਦੇ ਹੀ ਲਾਉਣਾ। ਅੱਜ ਹਰ ਨੁੱਕਰ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਮੁਹੱਲੇ ਦੇ ਵਿੱਚ, ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ। ਹਰ ਗਲੀ ਦੇ ਵਿੱਚ ਕੌਣ ਜ਼ਿੰਮੇਵਾਰ ਆ? ਅੱਜ ਕਹਿੰਦੇ ਬਾਦਲ ਨੇ, ਮਜੀਠੀਏ ਨੇ ਨਸ਼ਾ ਨਹੀਂ ਵਿਕਾਇਆ, ਉਹ ਕਹਿੰਦਾ ਮੈਂ ਨਹੀਂ ਵਿਕਾਇਆ, ਕੈਪਟਨ ਕਹਿੰਦਾ ਮੈਂ ਨਹੀਂ ਵਿਕਾਇਆ। ਸਾਰੇ ਮੁੱਕਰੀ ਜਾਂਦੇ ਨੇ। ਸਰਕਾਰਾਂ ਤੁਹਾਡੀਆਂ ਸੀਗੀਆਂ, ਫਿਰ ਸਾਨੂੰ ਦੱਸੋ ਜੇ ਨਸ਼ਾ ਆਇਆ ਤੇ ਵਿਕਾਇਆ ਤੇ ਕਿੰਨੇ ਵਿਕਾਇਆ, ਸਾਨੂੰ ਜਵਾਬ ਤੇ ਦੇ ਦਿਓ। ਸਾਡੀ ਭੁੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿੰਨੇ ਕੀਤੀ? ਸਿਰਫ ਇਹ ਗੋਬੂਆਂ ਤੋਂ ਮਿੱਟੀ ਝਾੜ ਰਹੇ ਨੇ। ਇਹ ਖੁਦ ਨਸ਼ੇ ਦੇ ਤਸਕਰ ਨੇ, ਖੁਦ ਨਸ਼ੇ ਦੇ ਵਪਾਰੀ ਨੇ। ਤੁਸੀਂ ਮੰਨਦੇ ਹੋ ਕਿ ਸਰਕਾਰ ਹੋਵੇ, ਸਰਕਾਰ ਦੇ ਐਮਐਲਏ ਹੋਣ, ਬਹੁਮਤ ਦੇ ਵਿੱਚ ਸਰਕਾਰ ਹੋਵੇ ਤੇ ਗਲੀ ਗਲੀ ਨਸ਼ਾ ਵਿਕ ਜੇ? ਮੰਨਦੇ ਹੋ? ਅਕੀ ਕਰੋਨਾ ਆਇਆ ਸੀਗਾ, ਇੱਕਦਮ ਸਾਰਾ ਕੁਝ ਬੰਦ ਕਰਕੇ ਸੁੱਟ ਦਿੱਤਾ ਸੀਗਾ। ਸਰਕਾਰ ਦੇ ਹੱਥ ਵੱਸ ਹੋਵੇ ਨਾ ਤੇ ਚਿੜੀ ਜਿਹੜੀ ਆ ਫੜ ਲੂ ਆ ਸਕਦੀ। ਅੱਜ ਸਾਡਾ ਨੌਜਵਾਨ ਬਾਹਰ ਨੂੰ ਭੱਜ ਰਿਹਾ ਆ, ਬਾਹਰ ਨੂੰ ਰੁੱਖ ਕਰ ਰਿਹਾ ਆ। ਅੱਜ ਅਸੀਂ ਚਿੰਤਤ ਹੋਏ ਪਏ ਆ ਆਪਣੇ ਬੱਚਿਆਂ ਬਾਰੇ। ਅੱਜ ਵੱਡੀਆਂ ਡਿਗਰੀਆਂ ਲੈ ਕੇ ਪੜ੍ਹ ਲਿਖ ਕੇ ਬੇਰੁਜ਼ਗਾਰੀ ਦਾ ਸਾਹਮਣਾ ਕਰੀ ਜਾ ਰਹੇ।
ਅੱਜ 8ਵੀਂ 10ਵੀਂ 'ਚ ਬੱਚਾ ਹੁੰਦਾ ਆ, ਇਸ ਤੋਂ ਵੀ ਪਹਿਲਾਂ ਬੱਚਾ ਪੈਦਾ ਹੀ ਹੁੰਦਾ ਤੇ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਇਹਨੂੰ ਆਸਟ੍ਰੇਲੀਆ ਭਜਾਉਣਾ ਆ ਕਿ ਕੈਨੇਡਾ ਭੇਜਣਾ ਆ ਕਿ ਕਿਤੇ ਭੇਜਣਾ। ਅਸੀਂ ਜਿਹੜੇ ਅੰਗਰੇਜ਼ਾਂ ਨੂੰ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਸੀਗਾ, ਅੱਜ ਉਹਨਾਂ ਕੋਲ ਆਪਣੇ ਸੋਹਣੇ ਸੁਨੱਖੇ ਧੀਆਂ ਪੁੱਤ ਉਹਨਾਂ ਕੋਲ ਭੇਜਣ ਵਾਸਤੇ ਲੱਖਾਂ ਰੁਪਏ ਜੇਬਾਂ ਦੇ ਵਿੱਚ ਪਾ ਕੇ ਏਜੰਟਾਂ ਨੂੰ ਧੱਕੇ ਖਾਂਦੇ। ਅੱਜ ਏਜੰਟਾਂ ਕੋਲ ਤੁਰੇ ਫਿਰਦੇ ਆ, ਜ਼ਮੀਨਾਂ ਜਾਇਦਾਦਾਂ ਵੇਚ ਕੇ ਤੇ ਸਾਡੇ ਬੱਚਿਆਂ ਨੂੰ ਲੈ ਜਾਓ ਇੱਥੋਂ ਲੈ ਜਾਓ, ਸਾਡੇ ਬੱਚਿਆਂ ਨੂੰ ਕੱਢ ਦਿਓ ਇੱਥੋਂ। ਸਾਨੂੰ ਭਵਿੱਖ ਹੀ ਨਹੀਂ ਦਿਸਦਾ, ਸਾਨੂੰ ਦਿਸਦਾ ਹੀ ਨਹੀਂ ਕਰੀਏ ਕਿ ਸਾਡੇ ਬੱਚੇ ਕਿੱਥੇ ਜਾਣ। ਅੱਜ ਬੜਾ ਦੁੱਖ ਹੁੰਦਾ ਆ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਆ, ਉਧਰ ਸਿਵੇ ਬਲਣ ਰਹੇ ਹੁੰਦੇ ਨੇ, ਉਧਰ ਆਨਲਾਈਨ ਬੱਚਾ ਧੀ ਪੁੱਤ ਸਾਡਾ ਕੋਈ ਅਮਰੀਕਾ ਕੈਨੇਡਾ ਦੇ ਵਿੱਚ ਬਹਿ ਕੇ ਸੰਸਕਾਰ ਦੇਖ ਰਿਹਾ ਹੁੰਦਾ। ਖੋਲੇ ਬੱਚੇ ਸਾਡੇ ਤੋਂ ਖੋ ਕੇ ਲੈ ਗਏ। ਕੀ ਕਾਰਨ ਕਿ ਉਹਨਾਂ ਦੇਸ਼ਾਂ ਦੇ ਵਿੱਚ ਬੱਚੇ ਜਾ ਕੇ, ਸਾਡੇ ਬੱਚੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਕਾਮਯਾਬ ਹੋ ਰਹੇ ਨੇ, ਸਾਡੇ ਬੱਚੇ ਸਾਡੇ ਦੇਸ਼ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੇ? ਤੇ ਸਾਡੇ ਵਾਲੇ ਸਰਪੰਚਾਂ ਨੂੰ ਪੈਸੇ ਚੈੱਕ ਦੇਣ ਲੱਗੇ, ਪਹਿਲਾਂ ਨਗਦਨਾਮਾ ਉਹਨਾਂ ਕੋਲ ਲੈ ਲੈਂਦੇ ਆ ਕਿ ਇੰਨਾ ਪੈਸੇ ਇੱਥੇ ਰੱਖੋ ਤੇ ਚੈੱਕ ਬਾਅਦ ਦੇ ਵਿੱਚ ਮਿਲਣਾ। ਸੋ ਅੱਜ ਤੁਹਾਡੇ ਪਿੰਡ ਦੇ ਵਿੱਚੋਂ ਸਾਬਕਾ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਆਪਣੀ ਸਮੁੱਚੀ ਟੀਮ ਦੇ ਨਾਲ ਇੱਕ ਚੰਗੀ ਵਿਚਾਰਧਾਰਾ, ਇੱਕ ਚੰਗੇ ਪੰਜਾਬ ਦੇ ਬਦਲਾਅ ਵਾਸਤੇ, ਚੰਗਾ ਪੰਜਾਬ ਬਣਾਉਣ ਵਾਸਤੇ, ਹੱਸਦਾ ਵਸਦਾ ਪੰਜਾਬ ਬਣਾਉਣ ਵਾਸਤੇ ਅੱਜ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਜੀ ਆਇਆਂ ਨੂੰ। ਬੰਦਾ ਮਾਨ ਸਤਿਕਾਰ ਪਾਰਟੀ 'ਚ ਕਾਇਮ ਰਹੂਗਾ। ਸੋ ਆਪਾਂ ਸਾਰਿਆਂ ਨੇ ਅੱਜ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਾ, ਖਾਸ ਤੌਰ ਤੇ ਮੇਰੀ ਬੇਨਤੀ ਆ ਆਪਣੀਆਂ ਭੈਣਾਂ ਨੂੰ, ਮਾਤਾਵਾਂ ਨੂੰ ਕਿ ਝਾੜੂ ਜ਼ਿਆਦਾ ਇਹਨਾਂ ਦੇ ਹੱਥ ਦੇ ਵਿੱਚ ਹੀ ਹੁੰਦਾ ਹੈ। ਇਹ ਘਰੇ ਸਹਿਣ ਨਹੀਂ ਕਰਦੀਆਂ, ਘਰੇ ਮਾੜਾ ਮੋਟਾ ਗੰਦ ਪਿਆ ਹੋਣਾ ਨਾ ਤੂੰ ਦਿੰਦੀਆਂ ਨੇ, ਇਹ ਝਾੜੂ ਹਨੇਰੇ ਦੇ ਵਿੱਚ ਫੜ ਲੈਂਦੀਆਂ ਨੇ, ਲੱਭ ਲੈਂਦੀਆਂ ਨੇ ਕਿੱਥੇ ਆ। ਤੇ ਜੇ ਸੂਬੇ ਦੇ ਵਿੱਚ ਗੰਦਾ ਵੱਡਾ ਗੰਦ ਪਿਆ ਨਾ ਭ੍ਰਿਸ਼ਟਾਚਾਰ ਦਾ, ਨਸ਼ਿਆਂ ਦਾ, ਤੇ ਭੈਣੋ ਤੁਸੀਂ ਇਹਨੂੰ ਹੁੰਜਣਾ ਜੇ, ਇਹ ਤੁਸੀਂ ਹੁੰਜਣਾ ਜੇ, ਤੁਸੀਂ ਹੁਣ ਸਕਦੀਆਂ ਜੇ। ਸੋ ਦੱਬ ਕੇ ਝਾੜੂ ਫੇਰ ਦਿਓ। ਬਿਲਕੁਲ ਰਿਸ਼ਤੇਦਾਰਾਂ ਦੇ ਨਹੀਂ ਜਾਣਾ। ਇਹ ਨਹੀਂ ਸੋਚਣਾ ਕਿ ਮੈਂ 20 ਫਰਵਰੀ ਨੂੰ ਦੂਰ ਆ ਇਸ ਕਰਕੇ ਵੋਟ ਨਹੀਂ ਪਾ ਸਕਿਆ ਜਾਂ ਵੋਟ ਨਹੀਂ ਪਾ ਸਕੀ। ਵੋਟ ਪਾਉਣ ਜ਼ਰੂਰ ਜਾਣਾ। ਇੱਕ ਇੱਕ ਵੋਟ ਕੀਮਤੀ ਜੇ, ਇੱਕ ਇੱਕ ਵੋਟ ਕੀਮਤੀ ਆ। ਆਪਾਂ ਪਾਉਣੀ ਵੀ ਆ ਝਾੜੂ ਨੂੰ ਤੇ ਪਵਾਉਣੀ ਵੀ। ਸੋ ਜਿੰਨੇ ਜਣੇ ਮੇਰੇ ਨਾਲ ਸਹਿਮਤ ਹੋ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿਓ ਜੀ। ਬੋਲੇ ਸੋ